परम सत्कारयोग गुरु रूप गुरु प्यारी साध संगत जीओ, आओ मनां दीआं खिंडियां होईयां बिरतियां नूं एकागर करन दी करिए कोशिश, करिए रसना पवित्र ते बोलीए सारे। वाहिगुरू जी का खालसा, वाहिगुरू जी की फतेह। गुरमुख प्यारिओ, मनुख नूं सतसंग दीआं अमोलक घड़ियां करमां भागां दे नाल प्राप्त हुंदियां। गुरबाणी का फरमान आ, बिन भागां सत संग न लभै, बिन संगत मैल भरीजा जीओ। सच की संगत करन तो बिना, सतसंग करन तो बिना मनुख दे मन दे विच मैल लगदी जांदी है, मैल लगदी जांदी है। ये मैल ही हउमे बन जाती है ते परमात्मा तो मनुख की दूरी वधनी शुरू हो जाती है। जे किते कर्मां भागां दे नाल मनुख नूं सतसंग की प्राप्ति हो जाए तां ये परमात्मा तो आत्मा की पई हुई बिथ एक घटनी शुरू हो जाती है। सो सतसंगत दीआं घड़ियां जिहड़ियां हुंदियां अमोलक हुंदियां, आपां नूं ये प्राप्त होईयां। सतगुरां दा कोटन कोट बार धन्नवाद करदे हां। गुरमुख प्यारिओ, जमाना बड़ा भयानक आ रहा, बड़ा बिमारियां दा दौर जां सियाणिਆਂ ਦੇ ਕਹਿਣ ਵਾਂਗੂ कलयुग आउणा शुरू हो गया। चारे पासे करोना ने तरथली मचाई हुई है। सतगुरु सच्चे पातशाह अगे ही अरदास बेनती करते हैं कि सतगुरु सच्चे पातशाह जी इस बीमारी तो जल्दी संसार के लोगों नूं निजात मिले। यही अरदास आ, यही बेनती है। सो गुरमुख प्यारिओ, आओ अपने अमोलक समय नूं, जिहड़ा कीमती समा, इनू सफल करन दी कोशिश करिए। गुरमत संगीत पिंड अखाड़ा, गुरमत विद्याला पिंड अखाड़ा दियां बच्चियां वल्लों आओ एक शब्द सरवण करिए, निर्मल रसना अमृत पीओ। आओ सरवण करिए जी।
ਗੁਰਮੁਖ ਪਿਆਰਿਓ, ਹੁਣੇ ਤੁਸੀਂ ਗੁਰਮਤਿ ਵਿਦਿਆਲਾ ਪਿੰਡ ਅਖਾੜਾ ਦੀਆਂ ਬੱਚੀਆਂ ਤੋਂ ਸ਼ਬਦ ਸਰਵਣ ਕੀਤਾ, ਨਿਰਮਲ ਰਸਨਾ ਅੰਮ੍ਰਿਤ ਪੀਓ। ਇਹ ਸੰਸਾਰ ਦੇ ਵਿੱਚ ਦੋ ਚੀਜ਼ਾਂ ਗੁਰਮੁਖ ਪਿਆਰਿਓ, ਅੰਮ੍ਰਿਤ ਵੀ ਆ, ਜ਼ਹਿਰ ਵੀ ਆ, ਚੰਗਾ ਵੀ ਆ, ਮਾੜਾ ਵੀ ਆ, ਉੱਚਾ ਵੀ ਆ, ਨੀਵਾਂ ਵੀ ਆ, ਗੋਰਾ ਵੀ ਆ, ਕਾਲਾ ਵੀ ਆ, ਵੱਡਾ ਵੀ ਆ, ਛੋਟਾ ਵੀ ਆ, ਦਿਨ ਵੀ ਆ, ਰਾਤ ਵੀ ਹੈ। ਇਹ ਦੋ ਚੀਜ਼ਾਂ ਸਾਰੀਆਂ ਬਣੀਆਂ ਹੋਈਆਂ। ਗੁਰਬਾਣੀ ਦਾ ਫਰਮਾਨ ਆ, ਇਹ ਗੁਰਮੁਖ ਪਿਆਰਿਆ, ਕਰਨੀ ਕਾਗਦ ਮਨ ਮਸਬਾਣੀ, ਬੁਰਾ ਭਲਾ ਦੋਏ ਲੇਖ ਪਏ। ਦੋਨੇ ਰਾਹ ਤੈਨੂੰ ਮਿਲਣਗੇ ਜ਼ਿੰਦਗੀ ਦੇ ਵਿੱਚ, ਬੁਰਾ ਵੀ ਤੇ ਚੰਗਾ ਵੀ। ਗੁਰਮੁਖਾ, ਤੈਂ ਸੱਚ ਦੇ ਰਸਤੇ 'ਤੇ ਚੱਲਣਾ, ਚੰਗੇ ਰਸਤੇ 'ਤੇ ਚੱਲਣਾ, ਝੂਠ ਦੇ ਰਸਤੇ ਨੂੰ ਜਿਹੜਾ ਛੱਡ ਦੇਣਾ। ਇਹੀ ਮਨਮੁਖ ਤੋਂ ਗੁਰਮੁਖ ਬਣਨ ਦੀ ਕਹਾਣੀ ਆ। ਮਨਮੁਖ ਆ ਜਿਹੜਾ, ਉਹ ਝੂਠ ਤੂਫਾਨ ਦੇ ਨਾਲ ਜੁੜਿਆ ਹੁੰਦਾ, ਗੁਰਮੁਖ ਆ ਜਿਹੜਾ ਉਹ ਸੱਚ ਨਾਲ ਜੁੜਿਆ ਹੁੰਦਾ। ਇਹ ਗੱਲ ਮੰਨਦੇ ਆ ਕਿ ਸੱਚ ਨੂੰ ਮਾਰਾਂ ਪੈਂਦੀਆਂ, ਸੱਚ ਬੋਲਣਾ ਤੇ ਸੱਚ ਸੁਣਨਾ ਬਹੁਤ ਔਖਾ। ਤੇ ਸਾਡੇ ਅੰਦਰ ਵੀ ਹਮੇਸ਼ਾ ਸਾਰੀ ਜ਼ਿੰਦਗੀ ਬੰਦੇ ਦੇ ਅੰਦਰ ਵੀ ਸੱਚ ਤੇ ਝੂਠ ਦੀ ਲੜਾਈ ਚੱਲਦੀ ਰਹਿੰਦੀ ਹੈ। ਸਾਰੀ ਜ਼ਿੰਦਗੀ ਮਨੁੱਖ ਦੇ ਅੰਦਰ ਵੀ ਤੇ ਬਾਹਰ ਵੀ ਇਹੀ ਲੜਾਈ ਆ ਭਾਈ। ਕਦੇ ਸੱਚ ਜਿੱਤ ਜਾਂਦਾ, ਕਦੇ ਝੂਠ ਜਿੱਤ ਜਾਂਦਾ। ਜਦੋਂ ਦੀ ਦੁਨੀਆ ਬਣੀ ਹੈ ਇਹ ਇਸੇ ਤਰ੍ਹਾਂ ਚੱਲਦਾ ਆਇਆ ਤੇ ਚੱਲਦਾ ਰਹਿਣਾ। ਅਸੀਂ ਕੀ ਕਰਨਾ? ਅਸੀਂ ਗੁਰਬਾਣੀ ਨਾਲ ਜੁੜ ਕੇ ਸੱਚ ਵਾਲੇ ਪਾਸੇ ਖੜਨਾ, ਸੱਚ ਦਾ ਸਾਥ ਦੇਣਾ। ਆਓ ਬੱਚੀਆਂ ਤੋਂ ਹੁਣ ਸ਼ਬਦ ਸਰਵਣ ਕਰੀਏ। ਐਸੀ ਕਿਰਪਾ ਮੋਹਿ ਕਰੋ।
ਗੁਰਮੁਖ ਪਿਆਰਿਓ, ਹੁਣੇ ਹੁਣੇ ਤੁਸੀਂ ਬੱਚੀਆਂ ਤੋਂ ਸ਼ਬਦ ਸਰਵਣ ਕੀਤਾ, ਐਸੀ ਕਿਰਪਾ ਮੋਹੇ ਕਰੋ। ਉਸ ਪਰਵਤਗਾਰ ਵਾਹਿਗੁਰੂ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕਰਦੇ ਰਹਿਣਾ ਚਾਹੀਦਾ। ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਉਹ ਪਰਮਾਤਮਾ ਵਾਹਿਗੁਰੂ ਨੂੰ ਜੇ ਭੁੱਲ ਜਾਂਦਾ ਮਨੁੱਖ ਤਾਂ ਸਾਰੇ ਹੀ ਰੋਗ ਜਿਹੜੇ ਚਿੰਬੜ ਜਾਂਦੇ ਆ, ਆਦਿ ਵਿਆਧੀ ਉਪਾਧੀ। ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਸੋ ਐਸੇ ਸਮੇਂ ਦੇ ਵਿੱਚ ਪਰਮਾਤਮਾ ਦੇ ਨਾਮ ਦੀ ਦਵਾਈ ਹੀ ਕੰਮ ਕਰਦੀ ਹੈ ਸਾਰੀਆਂ ਬਿਮਾਰੀਆਂ ਦੇ ਵਾਸਤੇ। ਉਹ ਪਰਮਾਤਮਾ ਵਾਹਿਗੁਰੂ ਦੀ ਸ਼ਰਨ ਲੈਣੀ ਬਹੁਤ ਜ਼ਰੂਰੀ ਆ। ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਇਸ ਤਰ੍ਹਾਂ ਆਪਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਮੰਨ ਕੇ ਇਹਨਾਂ ਦੀ ਸ਼ਰਨ ਦੇ ਵਿੱਚ ਆਉਣਾ। ਸਤਿਗੁਰ ਆਇਓ ਸ਼ਰਨ ਤੁਹਾਰੀ, ਇਹ ਬੋਲ ਅੰਦਰੋਂ ਹਿਰਦੇ ਦੇ ਵਿੱਚੋਂ ਨਿਕਲਣੇ ਚਾਹੀਦੇ ਆ। ਆਓ ਬੱਚੀਆਂ ਤੋਂ ਇਹੀ ਸ਼ਬਦ ਆ ਜਿਹੜਾ ਸਰਵਣ ਕਰੀਏ, ਸਤਿਗੁਰ ਆਇਓ ਸ਼ਰਨ ਤੁਹਾਰੀ। ਬੱਚੀਆਂ ਦੇ ਨਾਲ ਨਾਲ ਆਪਾਂ ਆਪਣੇ ਮਨਾਂ ਤੋਂ ਵੀ ਇਹ ਅਰਦਾਸ ਬੇਨਤੀ ਕਰਨ ਦੀ ਕੋਸ਼ਿਸ਼ ਕਰਨੀ ਹੈ। ਆਓ ਸ਼ਬਦ ਸਰਵਣ ਕਰੀਏ ਜੀ।
ਗੁਰਮੁਖ ਪਿਆਰਿਓ, ਹੁਣੇ ਹੁਣੇ ਆਪਾਂ ਸ਼ਬਦ ਸਰਵਣ ਕੀਤਾ, ਸਤਿਗੁਰ ਆਇਓ ਸ਼ਰਨ ਤੁਹਾਰੀ। ਜਿਹੜਾ ਸਤਿਗੁਰੂ ਦੀ ਸ਼ਰਨ ਦੇ ਵਿੱਚ ਆ ਗਿਆ ਨਾ, ਉਹ ਸਮਝ ਲਓ ਸਵਰਨਾ ਸ਼ੁਰੂ ਹੋ ਜਾਂਦਾ। ਉਹ ਮਨੁੱਖ ਤੋਂ ਦੇਵਤਾ ਬਣ ਸਕਦਾ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਬਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ। ਗੁਰਮੁਖੋ, ਸਮਾਂ ਮਨਮੁਖ ਕੋਲੇ ਵੀ ਉਨਾ ਹੀ ਹੁੰਦਾ ਤੇ ਸਮਾਂ ਗੁਰਮੁਖ ਕੋਲੇ ਵੀ ਉਨਾ ਹੀ ਹੁੰਦਾ। ਮੰਨ ਲਓ 70 ਸਾਲ ਉਮਰ ਮਿਲੀ ਆ, ਮਨਮੁਖ ਨੇ ਆਪਣੇ ਮਨ ਦੀਆਂ ਮਰਜ਼ੀਆਂ ਕਰਕੇ ਉਹ ਕੱਟ ਲੈਣੀ ਆ, ਗੁਰਮੁਖ ਨੇ ਗੁਰੂ ਦੇ ਅਨੁਸਾਰ ਚੱਲ ਕੇ ਆਪਣਾ ਅੰਦਰਲਾ ਕਾਰਜ ਵੀ ਕਰ ਲੈਣਾ ਜੋ ਕਰਨ ਆਇਆ, ਤੇ ਇੱਥੋਂ ਆਨੰਦ ਦੇ ਨਾਲ ਜ਼ਿੰਦਗੀ ਵੀ ਕੱਟ ਕੇ ਜਾਣੀ ਹੈ। ਬਸ ਇਹੀ ਆ, ਕੁਝ ਲੋਕ ਆ ਜਿਹੜੇ ਉਹ ਦਿਨ ਕਟੀ ਕਰਦੇ ਆ, ਤੇ ਕੁਝ ਲੋਕ ਆ ਜਿਹੜੇ ਗੁਰਮੁਖ ਪਿਆਰੇ ਆ ਉਹ ਜ਼ਿੰਦਗੀ ਦਾ ਆਨੰਦ ਲੈਂਦੇ ਆ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਜਿਹਨੇ ਸਤਿਗੁਰੂ ਦੇ ਨੂੰ ਪਾ ਲਿਆ, ਜਿਹੜਾ ਸਤਿਗੁਰੂ ਦੇ ਨਾਲ ਜੁੜ ਗਿਆ, ਉਹ ਤਿੰਨਾਂ ਗੁਣਾਂ ਤੋਂ ਉੱਪਰ ਹੋ ਜਾਂਦਾ। ਉਹ ਆਨੰਦ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ, ਉਹ ਜਿਉਂਦਾ ਮੁਕਤ ਹੋ ਜਾਂਦਾ। ਕਿਉਂਕਿ ਗੁਰਬਾਣੀ ਦਾ ਫਰਮਾਨ ਆ, ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੇ ਕੋਇਲਾ। ਮਰਿਆ ਹੋਇਆ ਤੋਂ ਜੇ ਮੁਕਤੀ ਮਿਲੀ, ਉਹ ਮੁਕਤੀ ਨੂੰ ਕੌਣ ਜਾਣ ਸਕਦਾ। ਜਿਉਂਦਿਆਂ ਮੁਕਤੀ ਪ੍ਰਾਪਤ ਹੁੰਦੀ ਹੈ ਗੁਰਮੁਖ ਪਿਆਰਿਆਂ ਨੂੰ, ਜਿਹੜੇ ਗੁਰਬਾਣੀ ਨਾਲ ਜੁੜ ਕੇ ਪੰਜਾਂ ਖੰਡਾਂ ਵਿੱਚ ਦੀ ਆਪਣੀ ਸੁਰਤ ਨੂੰ ਕੱਢ ਲੈਂਦੇ ਆ। ਪਹਿਲਾ ਧਰਮ ਖੰਡ, ਦੂਜਾ ਗਿਆਨ ਖੰਡ, ਤੀਜਾ ਸ਼ਰਮ ਖੰਡ, ਫਿਰ ਉਸ ਤੋਂ ਬਾਅਦ ਕਿਰਪਾ ਹੁੰਦੀ ਹੈ ਜਿਹਨੂੰ ਕਰਮ ਖੰਡ ਕਹਿੰਦੇ ਆ, ਤੇ ਜਿਉਂਦਾ ਹੀ ਮਨੁੱਖ ਸੱਚਖੰਡ ਦੇ ਵਿੱਚ ਪਹੁੰਚ ਜਾਂਦਾ। ਇਹ ਸਾਰਾ ਕੁਝ ਹੁੰਦਾ ਕਿਵੇਂ ਆ? ਜੇ ਮਨੁੱਖ ਗੁਰੂ ਨਾਲ ਜੁੜਦਾ, ਗੁਰਬਾਣੀ ਨਾਲ ਜੁੜਦਾ। ਗੁਰੂ ਦਾ ਅਰਥ ਹੈ ਗੂ ਤੋਂ ਭਾਵ ਹਨੇਰਾ, ਰੂ ਤੋਂ ਭਾਵ ਚਾਨਣ। ਬਸ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਵੀ ਇਸੇ ਤਰ੍ਹਾਂ ਚਾਨਣ ਹੋ ਜਾਂਦਾ। ਇੱਕ ਪਲ, ਇੱਕ ਛਿਨ ਦੀ ਗੱਲ ਆ। ਬਸ ਜਿਵੇਂ ਬਿਜਲੀ ਲਸ਼ਕਦੀ ਆ ਨਾ, ਸਾਰਾ ਕੁਝ ਹੀ ਦਿਸ ਪੈਂਦਾ। ਚੌਂਕ 'ਚ ਮੰਨ ਲਓ ਕੋਈ ਬੰਦਾ ਖੜਾ ਹੋਵੇ, ਹੁਣ ਚੌਂਕ 'ਚ ਇੱਧਰ ਨੂੰ ਜਾਂਦਾ ਹਨੇਰਾ, ਚੌਂਕ ਦੇ ਵਿੱਚ ਲਾਈਟ ਕੋਈ ਜਗਦੀ ਨਹੀਂ, ਜਿੱਧਰ ਨੂੰ ਵੀ ਜਾਂਦਾ ਰਾਹ ਬੰਦ ਹੋ ਜਾਂਦਾ, ਇੱਧਰ ਨੂੰ ਜਾਂਦਾ ਤਾਂ ਵੀ ਰਾਹ ਬੰਦ, ਵਾਪਸ ਮੁੜਿਆ ਆ, ਇੱਧਰ ਨੂੰ ਜਾਂਦਾ ਤਾਂ ਵੀ 9 ਰਸਤੇ ਬੰਦ ਆ, ਇੱਕ ਰਸਤਾ ਖੁੱਲ੍ਹਾ। ਉਹਦਾ ਹੁਣ ਪਤਾ ਨਹੀਂ ਲੱਗਦਾ ਵੀ ਕਿਹੜਾ। ਜਦੋਂ ਉੱਧਰੋਂ ਬੱਦਲ ਲਸ਼ਕਿਆ, ਬਿਜਲੀ ਦੀ ਲਿਸ਼ਕੋਰ ਪਈ, ਤਾਂ ਉਹ 10 ਰਸਤੇ ਮਨੁੱਖ ਨੂੰ ਦਿਸ ਪਏ। 9 ਆ ਜਿਹੜੇ ਉਹ ਕਲੋਜ਼ ਦਾ, ਇੱਕ ਆ ਜਿਹੜਾ ਓਪਨ ਆ। ਮਨੁੱਖ 9 ਨੂੰ ਛੱਡ ਕੇ ਉਹ ਸਿੱਧੇ ਰਸਤੇ 'ਤੇ ਚੱਲ ਪੈਂਦਾ। ਬਸ ਇੱਕ ਛਿਨ ਦੀ ਗੱਲ ਆ, ਇੱਕ ਪਲ ਦੀ ਗੱਲ ਆ, ਇੱਕ ਮਿੰਟ ਸਕਿੰਟ ਦੀ ਹੋਈ ਗੱਲ ਆ, ਮਨੁੱਖ ਨੇ ਬਦਲ ਜਾਣਾ। ਆਓ ਬੱਚੀਆਂ ਪਾਸੋਂ ਗੌੜੀ ਪੂਰਬੀ ਭਗਤ ਰਵਿਦਾਸ ਜੀ ਦੀ ਰਸਨਾ 'ਚੋਂ ਉਚਾਰਨ ਕੀਤਾ ਹੋਇਆ ਸ਼ਬਦ, ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ। ਆਓ ਗੁਰਮਤਿ ਵਿਦਿਆਲਾ ਪਿੰਡ ਅਖਾੜਾ ਦੀਆਂ ਬੱਚੀਆਂ ਤੋਂ ਇਹ ਸ਼ਬਦ ਸਰਵਣ ਕਰੀਏ ਜੀ।
ਗੁਰਮੁਖ ਪਿਆਰਿਓ, ਬੱਚੀਆਂ ਤੋਂ ਤੁਸੀਂ ਸ਼ਬਦ ਸਰਵਣ ਕੀਤਾ। ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀਓ। ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਅੱਲਾ ਬੀਠਲ ਗੋਡ ਸੁਪਰੀਮ ਪਾਵਰ ਅੱਗੇ ਬੇਨਤੀ ਕੀਤੀ ਜਾ ਰਹੀ ਹੈ। ਅਸੀਂ ਉਹ ਪ੍ਰਮਾਤਮਾ ਅਕਾਲ ਪੁਰਖ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੀ ਵਰਤੋਂ ਕਰ ਰਹੇ ਹਾਂ। ਉਹ ਸਾਨੂੰ ਦਾਤਾਂ ਦੇ ਰਿਹਾ, ਸਵਾਸਾਂ ਦੀ ਪੂੰਜੀ ਦੇ ਕੇ ਸਾਨੂੰ ਜਿਉਂਦਾ ਰੱਖਿਆ ਹੋਇਆ ਅਕਾਲ ਪੁਰਖ ਪਰਮਾਤਮਾ ਨੇ। ਅਸੀਂ ਉਹਦਾ ਸ਼ੁਕਰਾਨਾ ਕਰਦੇ ਰਹਿਣਾ, ਇਹ ਸਾਡੇ ਵਾਸਤੇ ਜ਼ਰੂਰੀ ਆ। ਗੁਰਬਾਣੀ ਮਾਂ ਨੇ ਸਮਝਾਇਆ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਬਸ ਗੁਰੂ ਦੀ ਮੱਤ ਲੈਣੀ ਹੈ। ਗੁਰ ਕੀ ਮੱਤ ਤੂੰ ਲੈ ਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਗੁਰਬਾਣੀ ਨੂੰ ਪੜ੍ਹਨਾ, ਸੁਣਨਾ, ਸਮਝਣਾ ਇਹ ਬਹੁਤ ਜ਼ਰੂਰੀ ਆ। ਸਮਾਂ ਬੜਾ ਭਿਆਨਕ ਆ ਰਿਹਾ ਗੁਰਮੁਖ ਪਿਆਰਿਓ। ਕਿਹਾ ਜਾਂਦਾ ਵੀ ਜਦੋਂ ਚੱਕੀ ਪਿਸਦੀ ਆ ਨਾ, ਚੱਕੀ ਪੀਂਹਦੀ ਆ ਆਟਾ, ਤਾਂ ਜਿਹੜੇ ਕਿੱਲੀ ਨਾਲ ਦਾਣੇ ਲੱਗੇ ਰਹਿ ਜਾਂਦੇ ਆ ਉਹ ਬਚ ਜਾਂਦੇ ਆ, ਬਾਕੀ ਆ ਜਿਹੜੇ ਦਾਣੇ ਪਿਸ ਜਾਂਦੇ ਆ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜਿਹੜੇ ਜੀਵ ਪ੍ਰਮਾਤਮਾ ਅਕਾਲ ਪੁਰਖ ਨਾਲ ਜੁੜ ਜਾਣਗੇ ਉਹ ਸਮੇਂ ਦੀ ਚੱਕੀ ਤੋਂ, ਕਲਯੁਗ ਦੀ ਚੱਕੀ ਤੋਂ ਬਚ ਜਾਣਗੇ, ਨਹੀਂ ਤਾਂ ਪੀਸੇ ਜਾਣਗੇ। ਸੋ ਗੁਰਮੁਖ ਪਿਆਰਿਓ, ਉਹ ਪ੍ਰਮਾਤਮਾ ਅਕਾਲ ਪੁਰਖ ਅੱਗੇ ਸਾਰਿਆਂ ਦੀ ਸ਼ਾਂਤੀ ਵਾਸਤੇ, ਸੁਖ ਵਾਸਤੇ ਆਪਾਂ ਅਰਦਾਸ ਬੇਨਤੀ ਕਰਨੀ ਹੈ, ਕਿਉਂਕਿ ਸਿੱਖ ਦਾ ਫਰਜ਼ ਹੀ ਇਹ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਉਹ ਪ੍ਰਮਾਤਮਾ ਅੱਗੇ ਬੇਨਤੀ ਕਰਨੀ ਹੈ ਕਿ ਇਹੋ ਜਿਹਾ ਸਤਸੰਗ ਦੇ ਵਿੱਚ ਸਾਨੂੰ ਜਾਣ ਦਾ ਮੌਕਾ ਮਿਲੇ, ਸਾਨੂੰ ਇਹ ਸੁਭਾਗਾ ਸਮਾਂ ਪ੍ਰਾਪਤ ਹੋਵੇ, ਇਹੀ ਅਰਦਾਸ ਕਰਨੀ ਹੈ ਅਖੀਰ ਦੇ ਵਿੱਚ। ਬਿਸਰ ਨਾਹੀਂ ਦਾਤਾਰ, ਬਿਸਰ ਨਾਹੀਂ ਦਾਤਾਰ, ਆਪਣਾ ਨਾਮ ਦਿਓ, ਆਪਣਾ ਨਾਮ ਦਿਓ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ, ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਬਿਸਰ ਨਾਹੀਂ ਦਾਤਾਰ, ਬਿਸਰ ਨਾਹੀਂ ਦਾਤਾਰ, ਬਿਸਰ ਨਾਹੀਂ ਦਾਤਾਰ, ਬਿਸਰ ਨਾਹੀਂ ਦਾਤਾਰ। ਆਪਣਾ ਨਾਮ ਦਿਓ, ਆਪਣਾ ਨਾਮ ਦਿਓ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ
ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਅਖੀਰ ਦੇ ਵਿੱਚ ਗੁਰਮੁਖ ਪਿਆਰਿਓ ਪ੍ਰਮਾਤਮਾ ਅੱਗੇ ਬੇਨਤੀ ਕਰਨੀ ਹੈ, ਜੈਸੇ ਬਾਰਕ ਭਾਏ ਸੁਭਾਏ ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ ਬਹੁੜ ਪਿਤਾ ਗਲ ਲਾਵੈ, ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੈ। ਸਤਿਗੁਰੂ ਸੱਚੇ ਪਾਤਸ਼ਾਹ ਪਿਛਲੇ ਔਗਣਾਂ ਨੂੰ ਬਖਸ਼ ਕੇ ਸਾਨੂੰ ਅੱਗੇ ਸੱਚ ਦੇ ਰਸਤੇ ਤੇ ਚੱਲਣ ਦੀ ਅਕਲ ਮਤ ਤੌਫੀਕ ਬਖਸ਼ਿਓ। ਸੋ ਗੁਰਮੁਖ ਪਿਆਰਿਓ, ਉਮੀਦ ਕਰਦੇ ਹਾਂ ਗੁਰਮਤਿ ਬਦਿਆਲਾ ਪਿੰਡ ਅਖਾੜਾ ਵੱਲੋਂ ਇਹ ਜੋ ਛੋਟਾ ਜਿਹਾ ਪ੍ਰੋਗਰਾਮ ਕੀਤਾ ਗਿਆ ਜ਼ਰੂਰ ਤੁਸੀਂ ਪਸੰਦ ਕਰੋਗੇ। ਤੁਹਾਡੇ ਅਸ਼ੀਰਵਾਦ ਦੀ ਸਾਨੂੰ ਬਹੁਤ ਲੋੜ ਆ, ਕਿਉਂਕਿ ਸੰਗਤ ਦੇ ਅਸ਼ੀਰਵਾਦ ਦੇ ਨਾਲ ਹੀ ਬੱਚੇ ਅੱਗੇ ਵੱਧਦੇ ਆ। ਬਹੁਤ ਸਾਰੀਆਂ ਭੁੱਲਾਂ ਗਲਤੀਆਂ ਵੀ ਹੋ ਗਈਆਂ ਹੋਣਗੀਆਂ, ਬੱਚੀਆਂ ਅਣਜਾਣ ਹੋਣ ਦਾ ਕਰਕੇ। ਸੋ ਕਿਸੇ ਪ੍ਰਕਾਰ ਦੀ ਭੁੱਲ ਗਲਤੀ ਕਮੀ ਪੇਸ਼ੀ ਰਹਿ ਗਈ ਹੋਵੇ, ਅਸੀਂ ਹੱਥ ਜੋੜ ਕੇ ਸਾਰੀ ਸੰਗਤ ਤੋਂ ਮਾफ़ੀ ਮੰਗਦੇ ਹਾਂ। ਖੁਸ਼ ਰਹੋ, ਆਬਾਦ ਰਹੋ, ਜ਼ਿੰਦਗੀ ਜਿੰਦਾਬਾਦ। ਭੁੱਲ ਚੁੱਕ ਦੀ ਮਾफ़ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।